करबत भला न करबट तेरी, लाग गले सुन विनती मेरी। हों बारी मुख फेर प्यारे, करबट दे मोको काहे को मारे। रहाओ जो तन चीरै अंग न मोरो, पिंड पर तो प्रीत न तोरो। हम तुम बीच भयो नहीं कोई, तुम्हें सो कंत नार हम सोई। कहत कबीर सुनो ले लोई, अब तुमरी प्रतीत न होई। ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਆਪਣੀ ਧਰਮ ਪਤਨੀ ਮਾਤਾ ਲੋਈ ਦੇ ਵਿਚਾਰਾਂ ਨੂੰ ਸ਼ਬਦਾਂ ਵਿੱਚ ਪਰੋ ਕੇ ਸਾਡੇ ਕਲਿਆਣ ਨਿਮਿਤ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਭਗਤ ਕਬੀਰ ਜੀ ਫਰਮਾ ਰਹੇ ਨੇ ਕਿ ਰਾਮ ਨਾਮ ਦੀ ਮਹਿਮਾ ਕਿੰਨੀ ਕੁ ਵੱਡੀ ਹੈ। ਰਾਮ ਦਾ ਨਾਮ ਲੈਣੇ ਨਾਲ ਕਿੰਨੇ ਕੁ ਪਾਪ ਨਸ਼ਟ ਹੋ ਜਾਂਦੇ ਨੇ, ਉਸ ਬਾਰੇ ਕਬੀਰ ਜੀ ਦੀ ਧਰਮ ਪਤਨੀ ਲੋਈ ਜੀ ਜੋ ਵਿਚਾਰ ਉਹਨਾਂ ਦੇ ਹਨ, ਉਹਨਾਂ ਨੂੰ ਭਗਤ ਕਬੀਰ ਜੀ ਨੇ ਇਸ ਸ਼ਬਦ ਵਿੱਚ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ। ਸਭ ਤੋਂ ਪਹਿਲਾਂ ਅਸੀਂ ਭਗਤ ਕਬੀਰ ਜੀ ਦੇ ਕਬੀਰ ਸ਼ਬਦ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਾਂਗੇ ਕਿ ਕਬੀਰ ਕਿਸ ਨੂੰ ਕਹਿੰਦੇ ਹਨ। ਕਬੀਰ ਦਾ ਸ਼ਬਦੀ ਅਰਥ ਹੈ ਵੱਡਾ, ਕਿਉਂਕਿ ਫਾਰਸੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਕਾਜੀ ਨੂੰ ਉਪਦੇਸ਼ ਦਿੱਤਾ, ਉਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ, ਜਕ ਅਰਜ ਗੁਪਤਮ ਪੇਸਤੋ ਦਰਗੋਸ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਜਕ ਅਰਜ਼ ਕਿ ਐ ਪਰਮਾਤਮਾ, ਤੇਰੇ ਅੱਗੇ ਇੱਕ ਬੇਨਤੀ ਹੈ। ਤੇਰੇ ਦਰ ਤੇ ਖੜਾ ਹੋ ਕੇ ਇੱਕ ਬੇਨਤੀ ਕਰ ਰਿਹਾ ਹੈ, ਕਰਤਾਰ ਕੰਨ ਦੇ ਕੇ ਸੁਣ ਮੇਰੀ ਉਸ ਬੇਨਤੀ ਨੂੰ। ਜਕ ਅਰਜ ਗੁਫਤਮ ਪੇਸਤੋ ਦਰਗੋਸ ਕੁੰਨ ਕਰਤਾਰ, ਐ ਕਰਤਾਰ ਐ ਨਿਰੰਕਾਰ, ਮੇਰੀ ਉਸ ਬੇਨਤੀ ਨੂੰ ਕੰਨ ਦੇ ਕੇ ਸੁਣ ਜਰਾ। ਹੱਕਾ ਕਬੀਰ ਕਰੀਮ ਤੂੰ, ਹੱਕਾ ਤੂੰ ਹੱਕ ਆ, ਤੂੰ ਸੱਚ ਆ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੱਕ ਸੱਚ ਨੂੰ ਕਿਹਾ ਕਿ ਤੂੰ ਸੱਚਾ ਆ, ਕਬੀਰ ਆ, ਤੂੰ ਸਭ ਤੇ ਵੱਡਾ ਆ, ਤੇਤੇ ਵੱਡਾ ਕੋਈ ਹੈ ਨਹੀਂ। ਕਰੀਮ ਹੈ, ਤੂੰ ਕਿਰਪਾਲੂ ਆ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਤੈਨੂੰ ਕੋਈ ਬੈਲ ਨਹੀਂ, ਕੋਈ ਐਬ ਨਹੀਂ। ਤੂੰ ਭਗਤਾਂ ਦੀ ਹਮੇਸ਼ਾ ਲਾਜ ਰੱਖਦਾ ਆ। ਇਸ ਕਰਕੇ ਗੁਰੂ ਪਿਆਰਿਓ, ਕਬੀਰ ਦਾ ਸ਼ਬਦੀ ਅਰਥ ਹੈ ਵੱਡਾ। ਕਬੀਰ ਸਾਹਿਬ ਕਾਂਸ਼ੀ ਦੇ ਵਿੱਚ ਰਹਿਣੇ ਵਾਲੇ ਸਨ। ਕਾਂਸ਼ੀ ਨਗਰੀ ਨੂੰ ਭਾਗ ਲਾਇਆ ਕਬੀਰ ਸਾਹਿਬ ਨੇ, ਕਾਂਸ਼ੀ ਨਗਰੀ ਨੂੰ ਪਵਿੱਤਰ ਕੀਤਾ। ਇਹ ਜਿਹੜਾ ਸ਼ਬਦ ਹੈ ਕਰਬਤ ਭਲਾ ਨਾ ਕਰਬਟ ਤੇਰੀ, ਕਬੀਰ ਸਾਹਿਬ ਨੇ ਲੋਈ ਜੀ ਦੇ ਵਿਚਾਰਾਂ ਨੂੰ ਇਸ ਵਿੱਚ ਅੰਕਿਤ ਕੀਤਾ ਕਿ ਇੱਕ ਕਾਂਸ਼ੀ ਦੇ ਨੇੜੇ ਰਹਿਣੇ ਵਾਲਾ ਇੱਕ ਸੇਠ ਆਪਣੇ ਬੁਰੇ ਕਰਮਾਂ ਕਰਕੇ ਰੋਗੀ ਹੋ ਗਿਆ। ਕੁਦਰਤ ਦੀ ਐਸੀ ਮਰਜ਼ੀ ਹੋਈ
कि माड़े कर्मां दा फल उसनूं मिलण लगा, ਉਹਨੂੰ ਕੋਹੜ ਦਾ ਰੋਗ ਹੋ ਗਿਆ। ਜਿਸ ਵੇਲੇ ਉਹ ਕੋਹੜ ਦਾ ਮਰੀਜ਼ ਹੋ ਗਿਆ ਤਾਂ ਘਰ ਵਾਲਿਆਂ ਨੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ। ਉਸ ਦਾ ਮੰਜਾ ਦੂਰ ਪਿੰਡ ਤੋਂ ਬਾਹਰ ਛੱਡ ਆਂਦਾ। ਉਸ ਨੂੰ ਖਾਣਾ ਦਾਣਾ ਦੇਣਾ ਵੀ ਬੰਦ ਕਰ ਦਿੱਤਾ, ਇਹ ਸੋਚ ਕੇ ਕਿ ਜੇ ਅਸੀਂ ਉਸ ਦੇ ਨੇੜੇ ਜਾਵਾਂਗੇ ਤਾਂ ਕੋਹੜ ਜਿਹੜਾ ਛੂਤ ਦੀ ਬਿਮਾਰੀ ਆ, ਸਾਡੇ ਸਰੀਰ ਦਾ ਅੰਗ ਕੋਈ ਉਹਦੇ ਨਾਲ ਲੱਗ ਗਿਆ ਤਾਂ ਸਾਨੂੰ ਵੀ ਇਹ ਬਿਮਾਰੀ ਨਾ ਹੋ ਜਾਵੇ, ਕਿਉਂਕਿ ਕੋਹੜ ਦਾ ਰੋਗ ਬਹੁਤ ਭੈੜਾ ਹੁੰਦਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਜਿੱਥੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਹਉਮੈ ਆ, ਜਿਹੜਾ ਹੰਕਾਰ ਆ, ਇਹ ਵੀ ਇੱਕ ਬਹੁਤ ਵੱਡਾ ਰੋਗ ਹੈ। ਮਗਰ ਰੋਗਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਰੋਗ ਕਿਹੜਾ? ਉਹ ਕੋਹੜ ਦਾ ਹੈ। ਕੋਹੜ ਦੇ ਰੋਗ ਨੂੰ ਬਹੁਤ ਵੱਡਾ ਗਿਣਿਆ। ਕਿਉਂ? ਕਿਉਂਕਿ ਸ਼ਾਸਤਰਾਂ ਦਾ ਲੇਖ ਹੈ ਕਿ ਕੋਹੜ ਅਗਰ ਕਿਸੇ ਨੂੰ ਹੋ ਜਾਂਦਾ ਤਾਂ ਇਹ ਉਸ ਦੀ ਜੱਦ ਵਿੱਚ ਪੈ ਜਾਂਦਾ। ਇਹ 7 ਪੀੜ੍ਹੀਆਂ ਉਹਨਾਂ ਦਾ ਪਿੱਛਾ ਨਹੀਂ ਛੱਡਦਾ। ਇਸ ਕਰਕੇ ਜਿਸ ਵਕਤ ਉਸ ਨੂੰ ਆਪਣੇ ਬੁਰੇ ਕਰਮਾਂ ਕਰਕੇ ਕੋਹੜ ਦੀ ਬਿਮਾਰੀ ਹੋ ਗਈ, ਘਰ ਵਾਲਿਆਂ ਨੇ ਉਸ ਦਾ ਤਿਆਗ ਕਰ ਦਿੱਤਾ। ਹੁਣ ਉਹ ਰੋਂਦਾ ਬਿਲਕਦਾ, ਉਹਦੀ ਕੋਈ ਗੱਲ ਨਹੀਂ ਸੁਣਦਾ। ਉਹਨੂੰ ਭੁੱਖੇ ਨੂੰ ਰੋਟੀ ਨਹੀਂ ਮਿਲਦੀ, ਪਿਆਸ ਲੱਗਦੀ, ਪਾਣੀ ਨਹੀਂ ਮਿਲਦਾ। ਬੜਾ ਬਿਲਕਦਾ, ਬੜਾ ਦੁਖੀ ਹੁੰਦਾ, ਰੌਲਾ ਪਾਉਂਦਾ ਕਿ ਮੈਨੂੰ ਕੋਈ ਇਸ ਬਿਮਾਰੀ ਤੋਂ ਬਚਾਵੇ ਬਚਾਵੇ। ਮਗਰ ਜਦੋਂ ਬਿਮਾਰੀ ਲੱਗ ਜਾਂਦੀ ਹੈ ਫਿਰ ਪਰਮਾਤਮਾ ਨੂੰ ਆਵਾਜ਼ਾਂ ਮਾਰਦਾ। ਪਹਿਲਾਂ ਪਾਪ ਕਰਨੇ ਤੋਂ ਹਟਦਾ ਨਹੀਂ ਇਹ ਬੰਦਾ, ਪਾਪ ਕਰੀ ਜਾਂਦਾ। ਜਿੰਨੀ ਦੇਰ ਇਹਦੇ ਹੱਥ ਵਿੱਚ ਮਾਇਆ ਆ, ਜਿੰਨੀ ਦੇਰ ਇਹਦੇ ਹੱਥ ਵਿੱਚ ਸੱਤਾ ਆ, ਇਹ ਉਸ ਮਾਇਆ ਨੂੰ ਚੰਗੇ ਪਾਸੇ ਘੱਟ ਤੇ ਮਾੜੇ ਪਾਸੇ ਉਹਦੀ ਵਰਤੋਂ ਜ਼ਿਆਦਾ ਕਰਦਾ, ਪਾਪ ਕਰਦਾ, ਦੁਖੀ ਕਰਦਾ ਲੋਕਾਂ ਨੂੰ, ਮਿਹਨਤੀਆਂ ਦੀ ਮਿਹਨਤ ਰੱਖ ਲੈਂਦਾ, ਭੁੱਖਿਆਂ ਦੇ ਮੋਹਰਿਓਂ ਖਾਣੇ ਚੁੱਕ ਲੈਂਦਾ, ਮਨ ਮਰਜ਼ੀ ਕਰਦਾ, ਕਿਉਂ ਸਰੀਰ ਤਕੜਾ ਆ। ਜਿਸ ਵਕਤ ਇਸ ਤਰ੍ਹਾਂ ਦੀ ਹਾਲਤ ਹੋ ਗਈ ਉਸਦੀ, ਕੋਈ ਲਾਗੇ ਨਹੀਂ ਆਉਂਦਾ, ਕੋਈ ਪਾਣੀ ਨਹੀਂ ਪਿਲਾਉਂਦਾ, ਆਵਾਜ਼ਾਂ ਮਾਰਦਾ, ਥੱਕ ਜਾਂਦਾ। ਇੱਕ ਦਿਨ ਕੁਦਰਤ ਦੀ ਕਿਰਪਾ ਹੋਈ, ਮਿਹਰ ਹੋਈ ਤਾਂ ਉਸ ਦੇ ਲਾਗਿਓਂ ਇੱਕ ਕਬੀਰ ਸਾਹਿਬ ਦਾ ਸੇਵਕ ਲੰਘਿਆ। ਜਦ ਇਸਨੇ ਆਵਾਜ਼ ਮਾਰੀ ਕਿ ਮੈਂ ਬੜਾ ਦੁਖੀ ਹਾਂ, ਮੈਨੂੰ ਘਰ ਵਾਲਿਆਂ ਨੇ ਵੀ ਤਿਆਗ ਦਿੱਤਾ, ਮੈਂ ਰੋਟੀ ਪਾਣੀ ਨਹੀਂ ਮਿਲਦਾ, ਮੈਨੂੰ ਮੈਂ ਬਿਮਾਰੀ ਨਾਲ ਗ੍ਰਸਤ ਗਿਆ, ਮੇਰੀ ਹਾਲਤ ਬਹੁਤ ਖਰਾਬ ਹੈ, ਤਾਂ ਉਸ ਕਬੀਰ ਸਾਹਿਬ ਦੇ ਸੇਵਕ ਨੂੰ ਤਰਸ ਆਇਆ। ਤਰਸ ਆ ਕੇ ਕਹਿੰਦਾ, ਜੇ ਤੂੰ ਆਪਣੇ ਦੁੱਖ ਦੀ ਨਿਵਰਤੀ ਕਰਾਉਣੀ ਆ ਤਾਂ ਕਾਂਸ਼ੀ ਨਗਰੀ ਵਿੱਚ ਕਬੀਰ ਸਾਹਿਬ ਵਸਦੇ ਨੇ, ਭਗਤ ਕਬੀਰ ਜੀ, ਉਹਨਾਂ ਦੇ ਕੋਲ ਚਲਿਆ ਜਾ, ਤੇਰੇ ਦੁੱਖਾਂ ਦਾ ਅੰਤ ਹੋ ਜਾਣਾ। ਭਗਵਾਨ ਦੇ ਅਨੰਨ ਪਿਆਰੇ, ਭਗਵਾਨ ਦੇ ਸੇਵਕ, ਭਗਵਾਨ ਦੇ ਰੰਗ ਵਿੱਚ ਰੰਗੇ ਰਹਿੰਦੇ, ਆਏ ਗਏ ਸਾਧੂਆਂ ਦੀ ਸੇਵਾ ਕਰਦੇ, ਦੁਖੀਆਂ ਦੇ ਦੁੱਖ ਦੂਰ ਕਰਦੇ, ਜਾ ਚਲਿਆ ਜਾ ਭਗਤ ਕਬੀਰ ਜੀ ਦੇ ਕੋਲ, ਆਪਣੇ ਦੁੱਖਾਂ ਦਾ ਅੰਤ ਕਰਾ ਲਾ। ਇੰਨੀ ਗੱਲ ਕਹਿ ਕੇ ਉਹ ਕਬੀਰ ਸਾਹਿਬ ਦਾ ਸੇਵਕ ਚਲਾ ਗਿਆ। ਜਿਸ ਵੇਲੇ ਇਸ ਕੋਹੜੀ ਦੇ ਕੰਨਾਂ ਵਿੱਚ ਇਹ ਸ਼ਬਦ ਪਏ, ਮਨ ਦੇ ਵਿੱਚ ਚਾਅ ਚੜ੍ਹ ਗਿਆ, ਮਨ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੌੜਨ ਲੱਗੀ। ਮੈਂ ਫਟਾਫਟ ਜਾ ਕੇ ਕਬੀਰ ਸਾਹਿਬ ਦੇ ਦਰਸ਼ਨ ਕਰਾਂ, ਬੇਨਤੀ ਕਰਾਂ ਦੁੱਖ ਦੀ ਨਿਵਰਤੀ ਵਾਸਤੇ। ਮਨ ਕਾਲਾ ਪੈ ਗਿਆ। ਹੌਲੀ 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 ਤੁਰਦਾ ਤੁਰਦਾ, ਜਿੰਨਾ ਕੁ ਤੁਰ ਹੋਵੇ, ਤੁਰਦਾ ਤੁਰਦਾ ਕਈ ਦਿਨਾਂ ਉਪਰੰਤ ਕਬੀਰ ਸਾਹਿਬ ਦੇ ਘਰ ਪੁੱਛਦਾ ਪੁੱਛਦਾ ਪਹੁੰਚ ਗਿਆ। ਕਬੀਰ ਸਾਹਿਬ ਘਰ ਵਿੱਚ ਨਹੀਂ ਸੀ, ਮਾਤਾ ਲੋਈ ਜੀ ਘਰ ਸੀ। ਮਾਤਾ ਲੋਈ ਨੂੰ ਬੇਨਤੀ ਕੀਤੀ, ਮਾਤਾ ਲੋਈ ਜੀ ਕਬੀਰ ਸਾਹਿਬ ਦਾ ਹੀ ਘਰ ਹੈ? ਹਾਂ ਭਗਤਾ, ਕਬੀਰ ਸਾਹਿਬ ਦਾ ਹੀ ਆ। ਕੀ ਗੱਲ ਹੈ, ਤੂੰ ਬੜਾ ਦੁਖੀ ਆ? ਮਾਤਾ,
मैनू कोढ़ की बीमारी ने ग्रस लिया, मेरे पाप कीते मेरे अगे आ गए, मैं निकम्मा, मैनू बख्श लो, मेरे ते कृपा करो, मैनू तंदुरुस्ती दिओ, मैं चंगे कर्म करांगा, किसी नू दुख नहीं देवांगा, किसी दा हक नहीं रखांगा, ईमानदारी दी कमाई खावांगा। भगवान दे प्यारे बड़े दयालु हुंदे, बड़े कृपालु हुंदे। जिस वेले बिलकदा माता लोई दे अगे, माता लोई दया दे घर आई, आके कहंदी, भगता बोल राम। तां उस कुड़ी ने माता लोई दे कहते राम शब्द का उच्चारण किया। राम शब्द दे उच्चारण करदे सार उस दे शरीर ते जो कोड़ उन्होंने सता रहा सी, कहंदियां सार सब ठीक हो गया, शरीर दे दुख मिट गए। जिस वेले ये कौतक देखिया बड़ा हैरान होया। कबीर साहब की जैसी शोभा सुनी सी, देखण ते पता लग्या कि वो थोड़ी आ। फिर दूसरी बार राम शब्द बोलन वास्ते माता लोई ने कहा, भगता बोल राम। तीसरी बार फिर बोलिया, बोल भगता राम। तीन बेरा शब्द राम दा कहा के ओदे दुख कट दिते, ओदा दलिद्र कट दिता। तीसरी बार कहा कि उन्होंने आने जाने तो मुक्त कर दिता। माता लोई दे चरनां ते मत्था टेक के जेड़ा दुखी गया सी, जेड़ा कोड़ी गया सी, ओदा कोड़ निवृत्त हो गया, दलिद्र दूर हो गया, मुक्ति की प्राप्ति हो गई। मत्था टेक के बड़ा खुशी खुशी कहंदा, माता तेरा बहुत धन्यवाद है, तेरा कोटि कोटि धन्यवाद है, पर मैं कबीर साहब दे दर्शन करने चाहता सा। कबीर साहब कित्थे ने? भगता वो तां कोई शरीर शांत हो गया, उन्हां दे संस्कार ते मसाणा विच गए ने। अच्छा माता, मैं उन्हां दे दर्शन करना चाहता, उन्हां दी की निशानी आ? भगता कबीर साहब दे भगवान दी भगती दी ते मौत नूं हमेशा याद रखण वाले, उन्हां दी सिर ते उन्हां दे पग ते हमेशा कलगी लगी रहिंदी नज़र आउंदी आ। मौत नूं तां परमात्मा नूं हमेशा वो याद रखदे आ। जिस वेले मत्था टेक के माता लोई दे पैरां ते ओ जिन्हों कोड़ होया सी, वो अज निरोग हो गया, वापस आ रहा आ, तां रस्ते विच कबीर साहब दे दर्शन होए। कलगी देख के पैरां ते नमस्कार कीती, पुछया तुसी कबीर जी हो? हाँ भगता मैं कबीर हाँ। तुहाडा बड़ा धन्नवाद आ, तुहाडी धर्म पत्नी ने माता लोई ने कृपा की, मेरे दुख दूर कर दिते। की गल हुई? तां उस जिहड़ा दुखी बंदा सी अज सुख दे घर आ गया। उन्हें अपनी सारी वारता जो माता लोई ने उहदे कोलों कहाया सुनाई भगत कबीर जी नूं। भगत कबीर जी दे मन दे विच ये होया कि लोई ने 3 बार राम दा नाम कहाया। होए होए, राम दे नाम नूं 3 बार कहा के उन्हें छोटा कर दिता। मगर वो भगत मत्था टेक के कबीर साहब के चरणों ते अपने घर नूं आ गया। घर आए कबीर जी, माता लोई बैठी आ, लेकिन भगत कबीर जी आके बैठ गए और बख दे लिया, लोई वल नूं मूँह नहीं किया। जदों लोई वल नूं मूँह नहीं किया तो लोई बड़ी परेशान हो रही आ कि मेरा स्वामी मेरा पति अज मेरे वल नूं मूँह नहीं करता, की कारण है? कबीर जी वैराग विच आए, आके शब्द उच्चारण किया, करबत भला न करबट तेरी,
ਲਾਗ ਗਲੇ ਸੁਨ ਵਿਨਤੀ ਮੇਰੀ। ਵਿਚਾਰ ਮਾਤਾ ਲੋਈ ਦੇ ਨੇ, ਸ਼ਬਦ ਭਗਤ ਕਬੀਰ ਜੀ ਦੇ ਨੇ। ਕਬੀਰ ਸਾਹਿਬ ਨੂੰ ਲੋਈ ਕਹਿ ਰਹੀ ਆ ਕਿ ਮੇਰੇ ਵੱਲ ਨੂੰ ਬਖ ਦੇ ਲਿਆ, ਤੂੰ ਕਰਵਟ ਦੇ ਲਈ ਆ, ਮੈਨੂੰ ਬੜਾ ਦੁੱਖ ਦਿੰਦੀ ਆ ਇਹ। ਮੇਰੇ ਵੱਲ ਨੂੰ ਮੂੰਹ ਕਰੋ ਜਿਵੇਂ ਰੋਜ਼ ਤੁਸੀਂ ਮੇਰੇ ਵੱਲ ਨੂੰ ਮੂੰਹ ਕਰਦੇ ਆ। ਇਹ ਜਿਹੜਾ ਬਖ ਦਿੱਤਾ ਹੋਇਆ, ਕਰਵਟ ਲਈ ਹੋਈ ਆ, ਇਹ ਮੈਨੂੰ ਬੜਾ ਹੀ ਦੁੱਖ ਦਿੰਦੀ ਆ, ਮੇਰੇ ਕੋਲੋਂ ਚੱਲੀ ਨਹੀਂ ਜਾਂਦੀ। ਕਰਬਤ ਭਲਾ ਨਾ ਕਰਬਟ ਤੇਰੀ। ਕਰਬਤ, ਕਰਬਤ ਕਿਹਾ ਜਾਂਦਾ ਤਿੱਖੇ ਦੰਦਾਂ ਵਾਲਾ ਆਰਾ, ਜਿਹਦੇ ਨਾਲ ਲੱਕੜ ਨੂੰ ਕੱਟਿਆ ਜਾਂਦਾ। ਮਾਤਾ ਲੋਈ ਕਹਿ ਰਹੀ ਆ ਕਿ ਮੇਰੇ ਸਰੀਰ ਨੂੰ ਉਸ ਤਿੱਖੇ ਦੰਦਿਆਂ ਵਾਲੀ ਆਰੀ ਦੇ ਨਾਲ ਕੱਟ ਦੇ, ਮੈਨੂੰ ਓਨੀ ਤਕਲੀਫ ਨਹੀਂ ਹੋਣੀ ਜਿੰਨੀ ਤਕਲੀਫ ਤੇਰੇ ਬਖ ਦਿੱਤਿਆਂ ਤੇ ਹੋ ਰਹੀ ਆ, ਤੇਰੇ ਕਰਬਟ ਲੈ ਤੇ ਹੋ ਰਹੀ ਆ। ਕਰਬਤ ਭਲਾ ਨਾ ਕਰਬਟ ਤੇਰੀ। ਤੇਰੀ ਕਰਬਟ ਨਾਲੋਂ, ਤੇਰੇ ਬਖ ਲੈਣੇ ਨਾਲੋਂ, ਤੇਰੇ ਮੁਖ ਫੇਰਨੇ ਨਾਲੋਂ ਜ਼ਿਆਦਾ ਦੁੱਖ ਮੈਨੂੰ ਉਹ ਆਰੀ ਨਹੀਂ ਦੇਊਗੀ ਜਿਹੜੇ ਨਾਲ ਮੇਰੇ ਸਰੀਰ ਨੂੰ ਕੱਟਿਆ ਜਾਊਗਾ। ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਨ ਵਿਨਤੀ ਮੇਰੀ। हे ਮੇਰੇ ਸਿਰ ਦੇ ਸਾਈਂ, ਮੇਰੇ ਪ੍ਰਭੂ, ਮੇਰੇ ਪਤੀ ਪਰਮੇਸ਼ਵਰ, ਮੈਨੂੰ ਆਪਣੇ ਗਲ ਨਾਲ ਲਾ ਲਾ, ਮੈਨੂੰ ਬਖਸ਼ ਲੈ। ਅਗਰ ਮੇਰੇ ਕੋਲੋਂ ਕੋਈ ਗੁਨਾਹ ਹੋਇਆ ਤਾਂ ਮੈਨੂੰ ਬਖਸ਼ ਲੈ। ਲਾਗ ਗਲੇ ਸੁਨ ਵਿਨਤੀ ਮੇਰੀ, ਮੇਰੇ ਗਲ ਨਾਲ ਲੱਗ ਜਾ, ਮੇਰੀ ਬੇਨਤੀ ਸੁਣ, ਮੇਰੀ ਬੇਨਤੀ ਸੁਣ। ਮਗਰ ਭਗਤ ਕਬੀਰ ਜੀ ਕਹਿੰਦੇ ਆ, ਤੇ ਰਾਮ ਨਾਮ ਦੀ ਮਹਿਮਾ ਨੂੰ ਇੰਨਾ ਛੋਟਾ ਕਰ ਦਿੱਤਾ। ਤੂੰ 3 ਵਾਰੀ ਕਹਾਇਆ ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਨ ਵਿਨਤੀ ਮੇਰੀ, ਹਉ ਬਾਰੀ ਮੁਖ ਫੇਰ ਪਿਆਰੇ। हे ਮੇਰੇ ਪਿਆਰੇ, ਮੇਰੇ ਪਤੀ, ਮੇਰੇ ਪਰਮੇਸ਼ਵਰ, ਤੂੰ ਮੇਰੇ ਵੱਲੋਂ ਮੁਖ ਨਾ ਫੇਰ। ਤੂੰ ਮੁਖ ਫੇਰ ਲਿਆ, ਮੇਰੇ ਵੱਲੋਂ ਪਾਸਾ ਵੱਟ ਲਿਆ ਤਾਂ ਮੈਂ ਤਾਂ ਜਿਉਂਦੀ ਮਰ ਗਈ, ਮੈਂ ਤਾਂ ਜਿਉਂਦੀ ਮਰ ਗਈ। ਮੈਂ ਤੇਰੇ ਚਰਨਾਂ ਦੀ ਦਾਸੀ, ਤੂੰ ਮੇਰੇ ਸਿਰ ਦਾ ਸਾਈਂ, ਮੈਂ ਤੇਰੀ ਸੇਵਕਾ, ਮੈਨੂੰ ਬਖਸ਼ ਲੈ। ਅਗਰ ਕੋਈ ਗੁਨਾਹ ਹੋਇਆ ਤਾਂ ਹਉ ਭਾਰੀ ਮੁਖ ਫੇਰ ਪਿਆਰੇ, ਕਰਬਟ ਦੇ ਮੁਕੋ ਕਾਹੇ ਕੋ ਮਾਰੇ ਰਹਾਓ, ਜੋ ਤਨ ਚੀਰੇ ਅੰਗ ਨਾ ਮੋਰਾ। ਜੇ ਤੂੰ ਮੈਨੂੰ ਸਜ਼ਾ ਦੇਣੀ ਆ ਤਾਂ ਦੇ, ਮੇਰੇ ਸਰੀਰ ਨੂੰ ਬੇਸ਼ੱਕ ਫੱਟਿਆਂ ਵਿੱਚ ਬੰਨ੍ਹ ਕੇ ਹਾਰੇ ਨਾਲ ਚੀਰ ਦੇ, ਮੈਂ ਹੱਸਦੀ ਹੱਸਦੀ ਸਹਿ ਜਾਊਂਗੀ। ਮਗਰ ਜੋ ਦਰਦ ਤੇਰੇ ਬਖ ਲੈਣੇ ਨਾਲ, ਤੇਰਾ ਪਾਸਾ ਵੱਟਣੇ ਨਾਲ ਹੋ ਰਿਹਾ ਆ, ਉਹ ਮੇਰੇ ਕੋਲੋਂ ਸਹਿਆ ਨਹੀਂ ਜਾਂਦਾ। ਜੋ ਤਨ ਚੀਰੇ ਅੰਗ ਨਾ ਮੋਹਰਾ। ਜੇ ਆਰੇ ਦੇ ਨਾਲ ਮੇਰੇ ਸਰੀਰ ਨੂੰ ਚੀਰਿਆ ਵੀ ਜਾਵੇ ਤਾਂ ਮੈਂ ਉਫ ਤੱਕ ਨਹੀਂ ਕਹਾਂਗੀ, ਹਾਈ ਵੀ ਨਹੀਂ ਕਹੂੰਗੀ। ਜੋ ਤਨ ਚੀਰੇ ਅੰਗ ਨਾ ਮੋਹਰਾ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋ। ਭਾਵੇਂ ਉਹ ਸਰੀਰ ਚੀਰ ਕੇ ਮੇਰੀ ਮੌਤ ਹੋ ਜਾਵੇ, ਮਗਰ ਐ ਠਾਕਰ, ਐ ਮੇਰੇ ਪਤੀ ਰੂਪ ਪਰਮੇਸ਼ਰ, ਤੇਰੇ ਨਾਲੋਂ ਮੇਰੀ ਪ੍ਰੀਤ ਨਹੀਂ ਟੁੱਟਣੀ ਚਾਹੀਦੀ, ਤੇਰੇ ਨਾਲ ਪ੍ਰੀਤ ਮੇਰੀ ਬਣੀ ਰਹੇ। ਜੋ ਤਨ ਚੀਰੇ ਅੰਗ ਨਾ ਮੋਹਰੋ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋ। ਹਮ ਤੁਮ ਬੀਚ ਭਇਓ ਨਹੀਂ ਕੋਈ। ਤੁਹਾਡੇ ਔਰ ਮੇਰੇ ਵਿੱਚ ਵਿਚਾਲੇ ਕੋਈ ਵਿਚੋਲਾ ਨਹੀਂ ਹੈ। तुम्हें सो कंत नार हम सोई। तू मेरा कंत आ, मेरा पति आ, मेरा परमेश्वर आ, मैं तेरी नार आ, मैं तेरी सेवका आ, मैं तेरी दासी आ। कहत कबीर सुनो रे लोई। भगत कबीर जी कहते आ, है लोई
ਤੂੰ ਇਹ ਦੱਸ, ਤੂੰ 3 ਵਾਰੀ ਰਾਮ ਦਾ ਨਾਮ ਕਿਉਂ ਕਹਾਇਆ? ਸੁਆਮੀ ਜੀ ਮੇਰੀ ਗੱਲ ਤਾਂ ਸੁਣੋ, ਮੇਰੇ ਪਤੀ ਦੇਵ ਮੇਰੀ ਗੱਲ ਸੁਣੋ। ਇੱਕ ਵਾਰੀ ਰਾਮ ਦਾ ਨਾਮ ਕਹਾਣੀ ਨਾਲ ਮੈਂ ਉਸ ਦਾ ਕੋੜ ਦੂਰ ਕੀਤਾ। ਦੂਸਰੀ ਵਾਰ ਰਾਮ ਦਾ ਨਾਮ ਕਹਾਣੀ ਨਾਲ ਮੈਂ ਉਸ ਦੇ ਘਰੋਂ ਦਲਿੱਦਰਤਾ ਦੂਰ ਕਰ ਦਿੱਤੀ। ਤੀਸਰੀ ਵਾਰੀ ਰਾਮ ਦਾ ਨਾਮ ਕਹਾਣੀ ਨਾਲ ਮੈਂ ਉਸ ਨੂੰ ਆਉਣੇ ਜਾਣੇ ਦੇ ਚੱਕਰਾਂ ਚੋਂ ਮੁਕਤ ਕਰ ਦਿੱਤਾ, ਜਨਮ ਮਰਨ ਤੋਂ ਰਹਿਤ ਕਰ ਦਿੱਤਾ। ਕਬੀਰ ਸਾਹਿਬ ਬੜੇ ਖੁਸ਼ ਹੋਏ। ਕਹਿੰਦੇ, ਕਹਿਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨ ਹੋਈ। ਇਹ ਪ੍ਰਤੀਤ, ਇਹ ਸੋਭਾ ਉਸ ਰਾਮ ਦੇ ਨਾਮ ਦੀ ਆ, ਜਿਸ ਰਾਮ ਦਾ ਨਾਮ ਲੈਣੇ ਨਾਲ ਜਨਮ ਜਨਮੰਤਰਾਂ ਦੇ ਪਾਪ ਖਤਮ ਹੋ ਜਾਂਦੇ ਆ, ਜਿਸ ਨੂੰ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾ ਰਹੇ ਨੇ, ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ। ਵੇਦ, 4 ਵੇਦ, ਰਿਗਵੇਦ, ਜਜੁਰਵੇਦ, ਅਥਰਵਣ ਵੇਦ, ਸਾਮ ਵੇਦ, 4 ਵੇਦਾਂ ਦਾ ਨਿਚੋੜ ਕੱਢ ਲਿਆ, 18 ਪੁਰਾਣਾਂ ਦਾ ਨਿਚੋੜ ਕੱਢ ਲਿਆ। ਪਦਮ ਪੁਰਾਣ, ਸ਼ਿਵ ਪੁਰਾਣ, ਗਰੜ ਪੁਰਾਣ, ਸੁਗੰਧ ਪੁਰਾਣ, ਬੈਬਰਤ ਪੁਰਾਣ, ਇਤਿਹਾਦਿਕ 18 ਪੁਰਾਣਾਂ ਦਾ ਵੇਦ ਪੁਰਾਣ ਸਿਮਰਤ ਸੁਧਾਖਰ, 27 ਸਿਮਰਤੀਆਂ, ਉਹਨਾਂ ਸਾਰਿਆਂ ਦਾ ਨਿਚੋੜ ਕੱਢ ਕੇ ਇੱਕ ਰਾਮ ਦੇ ਨਾਮ ਦਾ ਅੱਖਰ ਬਣਾਇਆ, ਜਿਸ ਰਾਮ ਦਾ ਨਾਮ ਲੈਣੇ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਆ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਰਾਮ ਦੀ ਕਾਰ ਹੈ ਸਾਡੇ, ਆਸ ਪਾਸ ਸਾਡੇ ਰਾਮ ਦੀ ਕਾਰ ਦੇ ਦਿੱਤੀ ਤਾਂ ਦੁੱਖ ਲੱਗਦਾ ਨਹੀਂ, ਦਲਿੱਦਰ ਆਉਂਦਾ ਨਹੀਂ, 84 ਵਿੱਚ ਪਾਉਂਦਾ ਨਹੀਂ, ਮੁਕਤ ਹੋ ਜਾਂਦਾ। ਜਿਸ ਰਾਮ ਦਾ ਨਾਮ ਭਗਤ ਪ੍ਰਹਲਾਦ ਨੇ ਸਤਯੁਗ ਵਿੱਚ ਲਿਆ, ਰਾਮ ਨਾਮਾ ਜਪਬੋ ਕਰੇ, ਹਿਰਦੇ ਹਰਜੀ ਕੋ ਸਿਮਰਨ ਧਰੇ, ਬਸੁੱਧਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਣੀ। ਵਾਹ ਵਾਹ। ਉਸ ਰਾਮ ਦਾ ਨਾਮ ਲੈਣੇ ਨਾਲ ਦੁੱਖ ਦੂਰ ਹੋ ਜਾਂਦੇ ਆ, ਦਲਿੱਦਰ ਦੂਰ ਹੋ ਜਾਂਦੇ ਆ, ਮੁਕਤੀ ਦੀ ਪ੍ਰਾਪਤੀ ਹੁੰਦੀ ਆ। ਭਗਤ ਕਬੀਰ ਜੀ ਰਾਮ ਦੀ ਮਹਿਮਾ ਕਥਨ ਕਰਦੇ ਹੋਏ ਫਰਮਾ ਰਹੇ ਨੇ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਉਹ 2 ਅੱਖਰ ਰਾਰਾ ਤੇ ਮਮਾ, ਰਾਰੇ ਨੂੰ ਆ ਦੀ ਮਾਤਰਾ, ਕੰਨੇ ਦੀ ਮਾਤਰਾ, ਰਾਮ, ਉਹ 2 ਅੱਖਰ ਰਾਮ ਹੈ। ਇਸ ਕਰਕੇ ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਰਾਮ ਦੇ ਨਾਮ ਦੀ ਮਹਿਮਾ ਬੇਅੰਤ ਹੈ। ਗੁਰੂ ਪਿਆਰਿਓ, ਸਿਮਰਨ ਕਰੋ, ਸੇਵਾ ਕਰੋ, ਭਜਨ ਕਰੋ, ਬੰਦਗੀ ਕਰੋ, ਕਰਤਾਰ ਦੇ ਚਰਨਾਂ ਨਾਲ ਜੁੜ ਜਾਓ। ਸਭ ਪ੍ਰਭੂ ਦੇ ਨਾਮ ਨੇ, ਵਾਹਿਗੁਰੂ, ਰਾਮ, ਨਾਰਾਇਣ, ਅਨੇਕ, ਮੁਕੰਦ, ਨਿਰੰਜਨ, ਗੋਬਿੰਦ, ਗੋਪਾਲ, ਸਭ ਭਗਵਾਨ ਦੇ ਨਾਮ ਨੇ, ਬੇਅੰਤ ਨਾਮ ਨੇ। ਉਹਨਾਂ ਨਾਮਾਂ ਨੂੰ ਇੱਕ ਰਸਨਾ ਨਾਲ ਕਥਨ ਕਰਨਾ ਬੜਾ ਮੁਸ਼ਕਲ ਹੈ। ਇਸ ਕਰਕੇ ਸਿਮਰਨ ਕਰੋ, ਸੇਵਾ ਕਰੋ, ਬੰਦਗੀ ਕਰੋ, ਕਿਸੇ ਦਾ ਹੱਕ ਨਾ ਖਾਓ, ਕਿਸੇ ਦੀ ਮਿਹਨਤ ਨਾ ਰੱਖੋ।